ਪਿਆਰੇ ਬੱਚਿਓ ਸਤਿ ਸ਼੍ਰੀ ਅਕਾਲ। ਮੇਰਾ ਨਾਮ ਸੁਖਵੀਰ ਸਿੰਘ ਹੈ। ਮੈਂ IT ਵਿਸ਼ੇ ਵਿੱਚ ਵੋਕੇਸ਼ਨਲ ਟ੍ਰੇਨਰ ਦੇ ਵਜੋਂ ਸੇਵਾ ਨਿਭਾ ਰਿਹਾ ਹਾਂ। ਮੇਰਾ ਸਕੂਲ ਹੈ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਆਦਮਪੁਰ ਜਲੰਧਰ ਜ਼ਿਲ੍ਹੇ ਵਿੱਚ। ਔਰ ਅੱਜ ਮੈਂ ਤੁਹਾਡੇ ਨਾਲ ਇੱਕ ਬਹੁਤ ਹੀ ਖਾਸ ਵਿਸ਼ੇ 'ਤੇ ਗੱਲਬਾਤ ਕਰਨ ਜਾ ਰਿਹਾ। ਇੱਕ ਬਹੁਤ ਹੀ ਵਧੀਆ ਪ੍ਰੈਜੈਂਟੇਸ਼ਨ ਤੁਹਾਨੂੰ ਦੇ ਰਿਹਾ। ਸਾਡੇ ਵਿਸ਼ੇ ਦਾ ਨਾਮ ਹੈ ਕੰਪਿਊਟਰ ਦੀ ਸਾਂਭ ਸੰਭਾਲ ਅਤੇ ਸੁਰੱਖਿਆ। ਸੋ ਉਮੀਦ ਕਰਦਾ ਕਿ ਤੁਹਾਨੂੰ ਇਸ ਪ੍ਰੈਜੈਂਟੇਸ਼ਨ ਦੇ ਰਾਹੀਂ ਮੈਂ ਵੱਧ ਤੋਂ ਵੱਧ ਜਾਣਕਾਰੀ ਦੇ ਸਕਾਂ ਔਰ ਤੁਸੀਂ ਵੱਧ ਤੋਂ ਵੱਧ ਇਹਨਾਂ ਚੀਜ਼ਾਂ ਨੂੰ ਸਿੱਖੋ। ਸੋ ਆਓ ਅਸੀਂ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਕੰਪਿਊਟਰ ਦੀ ਜਿਹੜੀ ਦੇਖਭਾਲ ਹੈ ਉਹਦੀ ਮਹੱਤਤਾ ਕੀ ਹੈ। ਕਿਉਂ ਸਾਡੇ ਲਈ ਇਹ ਜ਼ਰੂਰੀ ਹੈ ਕਿ ਅਸੀਂ ਇਸ ਦੀ ਦੇਖਭਾਲ ਸਮੇਂ ਸਿਰ ਕਰਦੇ ਰਹੀਏ, ਕਿਉਂਕਿ ਜਿਵੇਂ ਤੁਸੀਂ ਜਾਣਦੇ ਹੋ ਕਿ ਕੰਪਿਊਟਰ ਜੋ ਇੱਕ ਇਲੈਕਟ੍ਰੋਨਿਕਸ ਯੰਤਰ ਹੈ, ਇਸ ਵਿੱਚ ਜੋ ਪੁਰਜੇ ਲੱਗੇ ਹੋਏ ਹਨ ਜਾਂ ਇਹਨਾਂ ਦੇ ਜੋ ਹਿੱਸੇ ਹੁੰਦੇ ਹਨ ਉਹ ਬਹੁਤ ਹੀ ਨਾਜ਼ੁਕ ਹੁੰਦੇ ਹਨ, ਜਿਹਨਾਂ ਨੂੰ ਅਸੀਂ ਸੈਂਸਿਟਿਵ ਵੀ ਕਹਿੰਦੇ ਹਾਂ। ਸੋ ਇਹ ਇੰਨੇ ਕੁ ਨਾਜ਼ੁਕ ਹੁੰਦੇ ਆ ਕਿ ਈਵਨ ਕਿ ਇਹਨਾਂ ਨੂੰ ਅਸੀਂ ਕਿਸੇ ਝਟਕੇ ਵਿੱਚ ਵੀ ਲੈ ਆਈਏ ਤਾਂ ਇਹ ਖਰਾਬ ਹੋ ਸਕਦੇ ਆ, ਜਾਂ ਇੱਕਦਮ ਇਹਨਾਂ 'ਤੇ ਕੋਈ ਪਾਣੀ ਕਹਿ ਲਓ ਜਾਂ ਨਮੀ ਕਹਿ ਲਓ, ਉਸ ਦਾ ਵੀ ਅਸਰ ਇਹਨਾਂ 'ਤੇ ਬਹੁਤ ਜਲਦੀ ਹੋ ਜਾਂਦਾ ਹੈ। ਧੂੜ ਮਿੱਟੀ ਆਮ ਤੌਰ 'ਤੇ ਜਿਹੜੀ ਸਾਡੇ ਆਲੇ ਦੁਆਲੇ ਅਸੀਂ ਇੰਨੇ ਧੂੜ ਭਰੇ ਏਰੀਏ 'ਚ ਵੀ ਜੇ ਹੁੰਦੇ ਹਾਂ, ਜੇ ਧੂੜ ਮਿੱਟੀ ਵੀ ਜੰਮ ਜੇ ਇਹਨਾਂ ਵਿੱਚ ਤੇ ਇਹਦੀ ਜਿਹੜੀ ਹੈ ਕੰਮ ਕਰਨ ਦੀ ਜਿਹੜੀ ਖਮਤਾ ਹੈ ਉਹ ਘੱਟ ਸਕਦੀ ਹੈ, ਖਤਮ ਹੋ ਸਕਦੀ ਹੈ। ਸੋ ਮਹਿੰਗੇ ਇਹਨਾਂ ਦੇ ਪੁਰਜੇ ਮਹਿੰਗੇ ਹੁੰਦੇ, ਇਹਨਾਂ ਦੇ ਜਿਹੜੇ ਵਿੱਚ ਜੋ ਡਿਵਾਈਸ ਲੱਗੇ ਉਹ ਮਹਿੰਗੇ ਹੁੰਦੇ ਆ, ਉਹਨਾਂ ਨੂੰ ਬਾਰ-ਬਾਰ ਬਦਲਣਾ ਵੀ ਸਾਡੇ ਲਈ ਕਈ ਵਾਰ ਆਸਾਨ ਨਹੀਂ ਹੁੰਦਾ। ਇਸ ਕਰਕੇ ਇਸ ਦੀ ਜਿਹੜੀ ਮਹੱਤਤਾ ਬਹੁਤ ਜ਼ਿਆਦਾ ਹੈ ਕਿ ਕੰਪਿਊਟਰ ਦੀ ਜੋ ਦੇਖਭਾਲ ਹੈ ਉਹ ਸਮੇਂ-ਸਮੇਂ ਸਿਰ ਕੀਤੀ ਜਾਵੇ। ਸੋ ਇਸ ਵਿੱਚ ਅਸੀਂ ਅੱਗੇ ਦੇਖਦੇ ਹਾਂ ਕਿ ਕਿਹੜੀ ਸੁਰੱਖਿਆ ਇਹਦੇ ਵਿੱਚ ਸਾਨੂੰ ਦੇਖਣੀ ਪੈਂਦੀ ਹੈ। ਮੇਨਟੇਨੈਂਸ ਕਰਨ ਵਿੱਚ ਕਿਹੜੀ ਚੀਜ਼ਾਂ ਸਾਨੂੰ ਦੇਖਣੀਆਂ ਪੈਂਦੀਆਂ। ਸਭ ਤੋਂ ਪਹਿਲਾਂ ਆ ਜਾਂਦਾ ਜੀ ਇਸ ਵਿੱਚ ਭੌਤਿਕ ਸੁਰੱਖਿਆ। ਭੌਤਿਕ ਸੁਰੱਖਿਆ ਤੋਂ ਭਾਵ ਕੰਪਿਊਟਰ ਦੇ ਹਾਰਡਵੇਅਰ ਦੀ ਸੁਰੱਖਿਆ। ਹੁਣ ਹਾਰਡਵੇਅਰ ਬਾਰੇ ਤੁਸੀਂ ਜਾਣਦੇ ਹੋ ਚੰਗੀ ਤਰ੍ਹਾਂ ਕਿ ਜੋ ਕੰਪਿਊਟਰ ਦੇ ਭਾਗ ਸਾਨੂੰ ਸਾਹਮਣੇ ਦਿਖਾਈ ਦੇ ਰਹੇ, ਜਿਹਨਾਂ ਨੂੰ ਅਸੀਂ ਛੂਹ ਸਕਦੇ ਹਾਂ, ਉਹ ਡਾਇਰੈਕਟ ਸਾਡੇ ਲਈ ਕੀ ਨੇ? ਹਾਰਡਵੇਅਰ। ਹਾਂ, ਜਿਵੇਂ ਕਿ ਹੁਣ ਕੀਬੋਰਡ ਹੋ ਗਿਆ, ਮਾਊਸ ਹੋ ਗਿਆ, ਸਕਰੀਨ ਹੋ ਗਈ, ਮੋਨੀਟਰ ਜਿਹਨੂੰ ਅਸੀਂ ਕਹਿੰਦੇ ਹਾਂ, ਜਾਂ ਹੋਰ ਕੈਬਨਿਟ ਹੋ ਗਈ ਸਾਡੀ, ਠੀਕ ਹੈ। ਸੋ ਇਹ ਸਾਰੇ ਕੀ ਹੈ? ਸਾਡੇ ਹਾਰਡਵੇਅਰ। ਸੋ ਇਹਨਾਂ ਦੀ ਸੁਰੱਖਿਆ ਜਿਹੜੀ ਹੈ ਉਹ ਭੌਤਿਕ ਸੁਰੱਖਿਆ ਵਿੱਚ ਆ ਜਾਂਦੀ ਹੈ। ਜਾਂ ਹੋਰ ਜਿਹੜੇ ਡਿਵਾਈਸ, ਪ੍ਰਿੰਟਰ ਹੋ ਗਿਆ, ਸਕੈਨਰ ਹੋ ਗਿਆ, ਨਾਲ ਅਸੀਂ ਕੋਈ ਹੋਰ ਡਿਵਾਈਸ ਲਾਏ ਹੋਏ ਆ, ਉਹਨਾਂ ਦੀ ਸੁਰੱਖਿਆ। ਜੇ ਅਸੀਂ ਗੱਲ ਕਰੀਏ ਕੀਬੋਰਡ ਦੀ, ਤਾਂ ਉਹਦੇ ਵਿੱਚ ਜੋ ਸਾਡੀਆਂ ਕੀਜ਼ ਹੁੰਦੀਆਂ ਹੈ, ਬਹੁਤ ਸੈਂਸਿਟਿਵ ਕੀਜ਼ ਹੁੰਦੀਆਂ ਹੈ, ਉਹਨਾਂ ਦੀ ਜਿਹੜੀ ਸਾਂਭ ਸੰਭਾਲ ਸਾਡੇ ਲਈ ਬਹੁਤ ਜ਼ਰੂਰੀ ਹੈ। ਮਾਊਸ ਦੇ ਬਟਨਸ ਹੋ ਗਏ, ਮਾਊਸ ਦੀ ਵਾਇਰ ਹੋ ਗਈ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਭੌਤਿਕ ਸੁਰੱਖਿਆ 'ਚ ਆ ਜਾਂਦੀਆਂ। ਹੁਣ ਸਭ ਤੋਂ ਪਹਿਲਾਂ ਇਸ ਵਿੱਚ ਅਸੀਂ ਜਿਹੜੀ ਗੱਲ ਯਾਦ ਰੱਖਣ ਯੋਗ ਉਹ ਹੈ ਕਿ ਕੰਪਿਊਟਰ ਨੂੰ ਹਮੇਸ਼ਾ ਸੁਰੱਖਿਅਤ ਜਗ੍ਹਾ 'ਤੇ ਰੱਖੋ। ਸੁਰੱਖਿਅਤ ਜਗ੍ਹਾ ਤੋਂ ਭਾਵ ਕਿ ਸਾਡਾ ਜੋ ਕੰਪਿਊਟਰ ਰੱਖਣ ਦਾ ਸਥਾਨ ਹੈ ਉਹ ਹਵਾਦਾਰ ਹੋਵੇ, ਉੱਥੇ ਡਾਇਰੈਕਟ ਸਿੱਧੇ ਤੌਰ 'ਤੇ ਮਿੱਟੀ, ਧੂੜ ਜਾਂ ਪਾਣੀ ਦਾ ਅਸਰ ਨਾ ਹੁੰਦਾ ਹੋਵੇ। ਇੱਕਦਮ ਸਾਹਮਣੇ ਜਿਵੇਂ ਅਸੀਂ ਕਈ ਵਾਰ ਅਸੀਂ ਖਿੜਕੀਆਂ ਦੇ ਨੇੜੇ ਰੱਖ ਦਿੰਦੇ ਹਾਂ ਤਾਂ ਜੀ ਹਵਾਦਾਰ ਰਵੇ, ਇੱਦਾਂ ਨਹੀਂ ਹੁੰਦਾ। ਸਾਨੂੰ ਇਸ ਚੀਜ਼ ਦਾ ਪਰਹੇਜ਼ ਰੱਖਣਾ ਪੈਂਦਾ ਹੈ ਕਿ ਡਾਇਰੈਕਟ ਉਸ ਚੀਜ਼ 'ਤੇ ਹਵਾ, ਧੂੜ, ਮਿੱਟੀ ਦਾ ਜਿਹੜਾ ਅਸਰ ਨਾ ਹੋਵੇ, ਪਾਣੀ ਦਾ ਅਸਰ ਨਾ ਹੋਵੇ। ਸੇਫ ਹੋਵੇ, ਜੋ ਸਾਡਾ ਜਿੱਥੇ ਅਸੀਂ ਕੰਪਿਊਟਰ ਰੱਖਿਆ ਹੋਵੇ ਉਸ ਦੇ ਨੀਚੇ ਮੈਟ ਵਿਛਿਆ ਹੋਵੇ, ਤਾਂ ਜੋ ਕਈ ਵਾਰ ਸਾਨੂੰ ਕਰੰਟ ਮਹਿਸੂਸ ਹੁੰਦਾ ਹੈ ਤਾਂ ਸਾਡਾ ਡਾਇਰੈਕਟ ਬਾਡੀ ਅਰਥ ਨਾ ਹੋਵੇ। ਉਹ ਇਹਨਾਂ ਚੀਜ਼ਾਂ ਤੋਂ ਬਚਾ ਰੱਖਿਆ ਜਾਵੇ। ਕੀਬੋਰਡ ਹੈ ਸਾਡਾ, ਉਹਨੂੰ ਧੂੜ ਮਿੱਟੀ ਤੋਂ ਬਚਾਇਆ ਜਾਵੇ, ਉਹਨੂੰ ਕਵਰ ਕਰਕੇ ਰੱਖਿਆ ਜਾਏ। ਜਦੋਂ ਤੱਕ ਤੁਸੀਂ ਵਰਤਦੇ ਆ ਉਸ ਦਾ ਕਵਰ ਹਟਾ ਦਿਓ, ਨਹੀਂ ਤਾਂ ਉਸ ਤੋਂ ਬਾਅਦ ਉਹਨੂੰ ਕਵਰ ਕਰ ਦਿਓ ਕਿਸੇ ਕੱਪੜੇ ਨਾਲ, ਸਾਫ਼ ਕੱਪੜੇ ਨਾਲ, ਜਾਂ ਕੀਬੋਰਡ ਕਵਰ ਵੀ ਮਿਲ ਜਾਂਦੇ ਆ। ਜੋ ਬਰੱਸ਼ ਹੁੰਦੇ ਆ, ਹਲਕੇ ਬਰੱਸ਼ ਹੁੰਦੇ ਆ, ਨਰਮ ਬਰੱਸ਼ ਹੁੰਦੇ ਆ, ਉਹਨਾਂ ਨਾਲ ਅਸੀਂ ਉਹਨਾਂ ਦੀ ਕੀਜ਼ ਵਿੱਚੋਂ ਮਿੱਟੀ ਜਿਹੜੀ ਆ ਹੌਲੀ ਜਿਵੇਂ ਕਿ ਪਿਕਚਰ ਵਿੱਚ ਦੇਖੋ ਇੱਥੇ ਦਿਖਾਇਆ ਹੋਇਆ ਕਿ ਅਸੀਂ ਮਿੱਟੀ ਜਿਹੜੀ ਹੈ ਸਾਫ਼ ਕਰ ਸਕਦੇ ਹਾਂ, ਬਹੁਤ ਹੀ ਨਰਮੀ ਨਾਲ ਕਰਨੀ ਸਾਫ਼। ਇਸੇ ਤਰ੍ਹਾਂ ਮਾਊਸ ਨੂੰ ਅਸੀਂ ਬਹੁਤ ਹੀ ਧਿਆਨ ਨਾਲ, ਜਿਵੇਂ ਇਹਦੇ ਵਿੱਚ ਦਿਖਾਇਆ ਹੋਇਆ ਪਿਕਚਰ ਵਿੱਚ ਕਿ ਇੱਕ ਬੱਡ ਦੇ ਨਾਲ ਸਫਾਈ ਹੋ ਰਹੀ ਹੈ, ਬੜੇ ਪਿਆਰ ਨਾਲ ਅਸੀਂ ਮਾਊਸ ਨੂੰ ਸਾਫ਼ ਕਰਨਾ, ਕਿਉਂਕਿ ਪਹਿਲਾਂ ਦੱਸਿਆ ਤੁਹਾਨੂੰ ਕਿ ਇਹਨਾਂ ਦੇ ਪੁਰਜੇ ਜਿਹੜੇ ਬਹੁਤ ਨਾਜ਼ੁਕ ਹੈ। ਸੋ ਇਹਨਾਂ ਨੂੰ ਅਸੀਂ ਟੁੱਟਣ ਤੋਂ ਵੀ ਬਚਾਉਣਾ ਹੈ। ਸੋ ਖਾਣ ਪੀਣ ਵਾਲੀਆਂ ਚੀਜ਼ਾਂ ਹੁੰਦੀਆਂ, ਜਿਵੇਂ ਕਿ ਅਸੀਂ ਕਈ ਵਾਰ ਸਾਨੂੰ ਆਦਤ ਹੁੰਦੀ ਹੈ ਕਿ ਅਸੀਂ ਕੋਈ ਚਾਹ ਪੀਂਦੇ ਹਾਂ ਜਾਂ ਕੋਈ ਕੋਲਡ ਡਰਿੰਕ ਪੀਂਦੇ ਹਾਂ ਜਾਂ ਕੁਛ ਵੀ ਲਿਕੁਇਡ ਚੀਜ਼ ਰੱਖ ਕੇ ਨਾਲ ਅਸੀਂ ਕੰਮ ਕਰਦੇ ਰਹਿੰਦੇ ਹਾਂ, ਅਤੇ ਉਹ ਅਚਾਨਕ ਕਈ ਵਾਰ ਸਾਡੇ ਕੀਬੋਰਡ ਜਾਂ ਮਾਊਸ 'ਤੇ ਜਾਂ ਸਾਡੇ ਸਿਸਟਮ 'ਤੇ ਡਿੱਗ ਜਾਂਦੀ ਹੈ, ਜਿਸ ਦੀ ਵਜ੍ਹਾ ਨਾਲ ਕਿ ਸਾਡਾ ਜਿਹੜਾ ਸਿਸਟਮ ਹੈ
ਉਹ ਖਰਾਬ ਹੋ ਸਕਦਾ ਹੈ, ਸਾਡੇ ਕੀਬੋਰਡ ਕੀਜ਼ ਖਰਾਬ ਹੋ ਸਕਦੀਆਂ, ਮਾਊਸ ਖਰਾਬ ਹੋ ਸਕਦਾ, ਸਾਡਾ ਲੈਪਟਾਪ ਸਕਰੀਨ ਖਰਾਬ ਹੋ ਸਕਦੀ ਹੈ। ਸੋ ਇਹਨਾਂ ਚੀਜ਼ਾਂ ਨੂੰ ਅਸੀਂ ਵਰਤੋਂ ਜਿਹੜੀ ਹੈ ਕੰਪਿਊਟਰ 'ਤੇ ਕੰਮ ਕਰਦਿਆਂ ਨਹੀਂ ਕਰਨੀ। ਜੋ ਸਾਡੀ ਇਹ ਸਕਰੀਨ ਮੋਨੀਟਰ ਹੈ ਉਹਨੂੰ ਅਸੀਂ ਸਾਫ਼ ਕਰਨਾ ਹੈ, ਨਰਮ ਕੱਪੜੇ ਨਾਲ ਹੌਲੀ ਹੌਲੀ ਸਾਫ਼ ਕਰਨਾ ਹੈ, ਜ਼ਿਆਦਾ ਉਸ 'ਤੇ ਦਬਾਅ ਨਹੀਂ ਪਾਉਣਾ, ਕਿਉਂਕਿ ਸਕਰੀਨ ਦੇ ਵਿੱਚ ਜੋ LED ਹੁੰਦੇ ਆ ਉਹ ਨੁਕਸਾਨ ਹੋ ਸਕਦਾ ਉਹਨਾਂ ਨੂੰ। ਇਹਨਾਂ ਸਾਰੇ ਯੰਤਰਾਂ ਨੂੰ ਅਸੀਂ ਜ਼ਮੀਨ ਤੋਂ ਡਾਇਰੈਕਟ ਡਿੱਗਣ ਤੋਂ ਬਚਾਉਣਾ ਹੈ। ਕੋਸ਼ਿਸ਼ ਕਰੋ ਕਿ ਸਾਡਾ ਸਿਸਟਮ ਸੁਰੱਖਿਅਤ ਜਗ੍ਹਾ 'ਤੇ ਹੋਵੇ, ਇੱਕਦਮ ਥੱਲੇ ਨਾ ਡਿੱਗੇ ਜ਼ਮੀਨ 'ਤੇ, ਕਿਉਂਕਿ ਡਿੱਗਣ ਨਾਲ ਵੀ ਟੁੱਟਣ ਨਾਲ ਸਾਡੇ ਜਿਹੜੇ ਸਿਸਟਮ ਦੇ ਕੰਪੋਨੈਂਟ ਆ ਉਹ ਖਰਾਬ ਹੋ ਸਕਦੇ ਆ। ਉਸ ਤੋਂ ਬਾਅਦ ਆ ਜਾਂਦਾ UPS ਦੀ ਵਰਤੋਂ ਕਰਨੀ। UPS ਦਾ ਮਤਲਬ ਹੈ ਅਨਇੰਟਰਪਟਡ ਪਾਵਰ ਸਪਲਾਈ। ਜਿਵੇਂ ਤੁਸੀਂ ਪੜ੍ਹਿਆ ਹੋਇਆ ਹੈ ਪਹਿਲਾਂ ਕਿ ਤੁਹਾਡੇ ਅਧਿਆਪਕ ਸਾਹਿਬਾਨ ਨੇ ਵੀ ਤੁਹਾਨੂੰ ਦੱਸਿਆ ਹੋਵੇਗਾ ਇਹਦੇ ਬਾਰੇ। UPS ਕੀ ਹੁੰਦੀ ਹੈ? ਇੱਕ ਬੈਟਰੀ ਹੁੰਦੀ ਹੈ ਜੋ ਕਿ ਸਾਨੂੰ 15-20 ਮਿੰਟ ਤੋਂ ਲੈ ਕੇ ਅੱਧੇ ਘੰਟੇ ਤੱਕ ਦਾ ਬੈਕਅਪ ਦੇ ਦਿੰਦੀ ਹੈ, ਬਿਜਲੀ ਬੈਕਅਪ। ਮੰਨ ਲਓ ਸਾਡੇ ਕੋਲ UPS ਲੱਗਾ ਹੋਇਆ ਹੈ, ਇੱਕਦਮ ਸਾਡੀ ਲਾਈਟ ਚਲੀ ਜਾਂਦੀ ਹੈ ਤਾਂ ਉਹ ਸਾਡਾ ਸਿਸਟਮ ਇੱਕਦਮ ਬੰਦ ਨਹੀਂ ਹੁੰਦਾ, ਸਾਨੂੰ 10 ਤੋਂ 15 ਮਿੰਟ ਜਾਂ ਅੱਧਾ ਘੰਟਾ ਸਾਨੂੰ ਮਿਲ ਜਾਂਦਾ ਹੈ, ਉਹ ਬੈਟਰੀ 'ਤੇ ਚੱਲਦਾ ਰਹਿੰਦਾ ਹੈ। ਜਿਵੇਂ ਸਾਡੇ ਘਰਾਂ 'ਚ ਇਨਵਰਟਰ ਹੈ, ਅਸੀਂ ਉਦਾਹਰਨ ਲੈਂਦੇ ਕਿ ਇਨਵਰਟਰ ਦੀ ਉਦਾਹਰਨ ਲੈਂਦੇ, ਬੈਟਰੀਆਂ ਰੱਖੀਆਂ ਅਸੀਂ ਘਰਾਂ ਵਿੱਚ, ਲਾਈਟ ਚੱਲ ਜਾਂਦੀ ਹੈ ਪਰ ਫਿਰ ਵੀ ਸਾਡੀ ਜਿਹੜੀ ਚੀਜ਼ਾਂ ਚੱਲਦੀਆਂ ਰਹਿੰਦੀਆਂ ਇਨਵਰਟਰ 'ਤੇ। ਇਸੇ ਤਰ੍ਹਾਂ UPS ਵਿੱਚ ਕੀ ਹੈ ਕਿ ਸਾਨੂੰ ਲਾਈਟ ਦੇ ਝਟਕੇ ਤੋਂ ਬਚਾਉਂਦਾ ਹੈ, ਕਿਉਂਕਿ ਜਦੋਂ ਅਸੀਂ ਲਾਈਟ ਇੱਕਦਮ ਵੱਧ ਘੱਟ ਹੋ ਜਾਂਦੀ ਹੈ ਤਾਂ ਸਾਡੇ ਜਿਹੜੇ ਕੰਪਿਊਟਰ ਦੇ ਕੰਪੋਨੈਂਟ ਹੈ ਉਹ ਸੜ ਸਕਦੇ ਆ ਜਾਂ ਡੈਮੇਜ ਹੋ ਸਕਦੇ ਆ। ਈਵਨ ਕਿ ਸਾਡਾ ਡਾਟਾ ਵੀ ਕਰੈਸ਼ ਹੋ ਸਕਦਾ ਹੈ, ਡਾਟਾ ਲੋਸਟ ਹੋ ਸਕਦਾ ਹੈ, ਉਹ ਡਾਟਾ ਸਾਨੂੰ ਦੁਬਾਰਾ ਮਿਲ ਨਹੀਂ ਸਕਦਾ ਫਿਰ। ਸੋ ਇਹਨਾਂ ਚੀਜ਼ਾਂ ਤੋਂ ਬਚਣ ਲਈ ਸਾਨੂੰ UPS ਦੀ ਵਰਤੋਂ ਕਰਨੀ ਪੈਂਦੀ ਹੈ ਤਾਂ ਜੋ ਸਾਨੂੰ ਲਾਈਟ ਜਾਣ ਤੋਂ ਬਾਅਦ ਇੱਕ ਪ੍ਰੋਪਰ ਸਮਾਂ ਮਿਲ ਸਕੇ, ਜਿਸ ਵੀ ਦੌਰਾਨ ਅਸੀਂ ਸਿਸਟਮ ਵਿੱਚ ਆਪਣੀਆਂ ਫਾਈਲਾਂ ਨੂੰ ਬੰਦ ਕਰਕੇ, ਸੇਵ ਕਰਕੇ, ਪ੍ਰੋਪਰ ਤਰੀਕੇ ਨਾਲ ਸ਼ਟ ਡਾਊਨ ਕਰਕੇ ਅਸੀਂ ਕੰਪਿਊਟਰ ਨੂੰ ਬੰਦ ਕਰ ਸਕੀਏ। ਸੋ ਇਸ ਤੋਂ ਇਲਾਵਾ ਲੈਪਟਾਪ ਜਾਂ ਟੈਬ ਅਗਰ ਤੁਸੀਂ ਯੂਜ਼ ਕਰ ਰਹੇ ਹੋ, ਜਾਂ ਮੋਬਾਈਲ ਤੇ ਚਲੋ ਸਾਡੇ ਕੋਲ ਹੈ ਹੀ ਹੈ, ਹੱਥਾਂ 'ਚ ਹੀ ਰਹਿੰਦਾ, ਜੇਬਾਂ 'ਚ ਹੀ ਰਹਿੰਦਾ। ਲੈਪਟਾਪ ਜਾਂ ਟੈਬ ਹੈ ਉਹਨਾਂ ਦੇ ਪ੍ਰੋਪਰ ਸਾਡੇ ਕੋਲ ਬੈਗ ਬਣੇ ਹੁੰਦੇ ਆ, ਜਿਨ੍ਹਾਂ ਨੂੰ ਅਸੀਂ ਲੈਪਟਾਪ ਕੇਸ ਜਾਂ ਬੈਗ ਕਹਿੰਦੇ ਆ। ਉਹਨਾਂ ਨੂੰ ਜਦੋਂ ਅਸੀਂ ਨਹੀਂ ਵਰਤਣਾ ਤਾਂ ਬੰਦ ਕਰਕੇ ਉਹਨਾਂ ਨੂੰ ਪ੍ਰੋਪਰ ਬੈਗ ਦੇ ਵਿੱਚ ਰੱਖੋ, ਤਾਂ ਜੋ ਸਾਡੇ ਜੋ ਭੌਤਿਕ ਡੈਮੇਜ ਹੈ, ਜੋ ਸਾਡਾ ਫਿਜ਼ੀਕਲ ਡੈਮੇਜ ਹੈ ਉਹ ਨਾ ਹੋ ਸਕੇ। ਬੈਟਰੀ ਨੂੰ ਕਦੇ ਵੀ ਵਾਧੂ ਚਾਰਜ ਨਾ ਕਰੋ। ਜਿਵੇਂ ਸਾਨੂੰ ਆਦਤ ਹੁੰਦੀ ਹੈ ਅਸੀਂ ਚਾਰਜਿੰਗ ਲਗਾ ਕੇ ਗੇਮਸ ਖੇਡਦੇ ਰਹਿੰਦੇ ਮੋਬਾਈਲ 'ਤੇ ਜਾਂ ਲੈਪਟਾਪ 'ਤੇ ਕੰਮ ਕਰਦੇ ਰਹਿੰਦੇ ਹਾਂ, ਅਸੀਂ ਦੇਖਦੇ ਹੀ ਨਹੀਂ ਕਿ ਬੈਟਰੀ ਫੁੱਲ ਚਾਰਜ ਹੋ ਚੁੱਕੀ ਹੈ ਕਿ ਨਹੀਂ। ਬੈਟਰੀ 100% ਚਾਰਜ ਹੋ ਚੁੱਕੀ ਹੈ ਫਿਰ ਵੀ ਸਾਡਾ ਪਲੱਗ ਔਨ ਹੈ। ਓਵਰ ਚਾਰਜਿੰਗ ਨਾਲ ਸਾਡੀ ਬੈਟਰੀ ਦੀ ਜਿਹੜੀ ਲਾਈਫ ਹੈ ਉਹ ਘੱਟ ਜਾਂਦੀ ਹੈ, ਬੈਟਰੀ ਡੈਮੇਜ ਵੀ ਹੋ ਜਾਂਦੀ ਹੈ, ਈਵਨ ਕਿ ਬੈਟਰੀ ਫਟ ਵੀ ਜਾਂਦੀ ਹੈ। ਤੁਸੀਂ ਆਮ ਦੇਖਿਆ ਹੋਣਾ ਇੰਟਰਨੈਟ 'ਤੇ, ਸੋਸ਼ਲ ਮੀਡੀਆ 'ਤੇ, YouTube 'ਤੇ ਕਿ ਕਈ ਵਾਰ ਮੋਬਾਈਲ ਬੈਟਰੀਆਂ ਫਟ ਜਾਂਦੀਆਂ, ਲੋਕਾਂ ਦੇ ਜੇਬਾਂ 'ਚ ਪਈਆਂ ਨੂੰ ਅੱਗ ਲੱਗ ਜਾਂਦੀ ਹੈ। ਉਹ ਕਿਉਂ? ਕਾਰਨ ਕੀ ਹੁੰਦਾ ਕਿ ਜਦੋਂ ਅਸੀਂ ਬੈਟਰੀ ਨੂੰ ਓਵਰ ਚਾਰਜ ਕਰ ਦਿੰਦੇ ਹਾਂ ਉਹ ਫੁੱਲ ਜਾਂਦੀ ਹੈ, ਉਹਦੇ ਵਿੱਚ ਜਿਹੜੇ ਹੈ ਜੋ ਜਿੰਨੀ ਉਹਦੀ ਕਪੈਸਿਟੀ ਹੈ ਚਾਰਜ ਹੋਣ ਦੀ, ਉਹ ਤੋਂ ਦੁੱਗਣੀ ਚਾਰਜ ਹੋ ਰਹੀ ਹੈ, ਉਹ ਇਸ ਕਰਕੇ ਉਹ ਨੁਕਸਾਨ ਹੋ ਜਾਂਦਾ ਹੈ। ਲੈਪਟਾਪ ਜਾਂ ਕੰਪਿਊਟਰ ਨੂੰ ਠੰਡਾ ਰੱਖੋ। ਠੰਡਾ ਰੱਖਣ ਤੋਂ ਭਾਵ ਕਿ ਅਗਰ ਮੰਨ ਲਓ ਤੁਸੀਂ ਬਹੁਤ ਦੇਰ ਹੋ ਗਈ ਕੰਮ ਕਰਦਿਆਂ ਨੂੰ, ਤੁਹਾਡਾ ਲੱਗ ਰਿਹਾ ਕਿ ਤੁਹਾਨੂੰ ਲੈਪਟਾਪ ਗਰਮ ਹੋ ਰਿਹਾ ਹੈ, ਤੁਸੀਂ ਥੋੜ੍ਹੇ ਟਾਈਮ ਲਈ ਆਪਣਾ ਕੰਮ ਰੋਕ ਕੇ ਉਸਨੂੰ ਬੰਦ ਕਰ ਦਿਓ, ਥੋੜ੍ਹੀ ਦੇਰ ਬਾਅਦ ਫਿਰ ਚਲਾ ਲਓ, ਤਾਂ ਕਿ ਉਸ ਦੀ ਜੇ ਤਾਪਮਾਨ ਜ਼ਿਆਦਾ ਹੋ ਰਿਹਾ ਤਾਂ ਉਹ ਘੱਟ ਜਾਵੇ। ਜੋ ਤੁਹਾਡਾ ਇਨਵਾਇਰਮੈਂਟ ਜਿੱਥੇ ਤੁਸੀਂ ਸਿਸਟਮ ਰੱਖ ਰਹੇ ਹੋ ਉਹ ਇਨਵਾਇਰਮੈਂਟ ਵਿੱਚ ਤਾਪਮਾਨ ਜਿਹੜਾ ਬਰਾਬਰ ਹੋਣਾ ਚਾਹੀਦਾ, ਨਾ ਬਹੁਤਾ ਗਰਮ ਹੋਣਾ ਚਾਹੀਦਾ, ਨਾ ਬਹੁਤਾ ਸਰਦ ਹੋਣਾ ਚਾਹੀਦਾ। ਜਿੰਨੇ ਛੋਟੇ ਡਿਵਾਈਸ ਅਸੀਂ ਲਗਾਉਂਦੇ ਹਾਂ, ਜਿਵੇਂ ਅਸੀਂ USB ਲਗਾਉਂਦੇ ਹਾਂ, ਹੈੱਡਫੋਨ ਲਗਾਉਂਦੇ ਹਾਂ, ਪੈਨ ਡਰਾਈਵ ਲਗਾਉਂਦੇ ਹਾਂ, ਉਹਨਾਂ ਨੂੰ ਬਹੁਤ ਹੀ ਜੈਂਟਲ ਤਰੀਕੇ ਨਾਲ, ਬਹੁਤ ਹੀ ਨਰਮੀ ਨਾਲ ਅਸੀਂ ਲਗਾਉਣਾ, ਪਲੱਗ ਇਨ ਕਰਨਾ ਔਰ ਪਲੱਗ ਆਊਟ ਕਰਨਾ ਹੈ। ਇਹ ਨਹੀਂ ਕਿ ਅਸੀਂ USB ਸਾਡੀ ਲੱਗ ਨਹੀਂ ਰਹੀ, ਅਸੀਂ ਧੱਕਾ ਲਗਾਈ ਜਾ ਰਹੇ ਹਾਂ, ਜ਼ੋਰ ਲਗਾਈ ਜਾ ਰਹੇ ਹਾਂ, ਅਸੀਂ ਦੇਖ ਹੀ ਨਹੀਂ ਰਹੇ ਕਿ ਉਹਦੀ ਪੋਰਟ ਦਾ ਮੂੰਹ ਕਿੱਧਰ ਨੂੰ ਹੈ। ਸੋ ਬਿਲਕੁਲ ਹੀ ਪਿਆਰ ਦੇ ਨਾਲ, ਬੜੀ ਨਰਮੀ ਨਾਲ ਇਹਨਾਂ ਚੀਜ਼ਾਂ ਨੂੰ ਲਗਾਉਣਾ ਹੈ। ਇੱਕੋ ਸਮੇਂ 'ਤੇ ਬਹੁਤ ਸਾਰੇ ਪ੍ਰੋਗਰਾਮ ਨਾ ਚਲਾਓ, ਕਿ ਜਿਵੇਂ ਅਸੀਂ ਕਈ ਵਾਰ, ਹੁਣ ਇੱਥੇ ਇਹ ਵੀ ਗੱਲ ਆ ਜਾਂਦੀ ਕਿ ਮਲਟੀਟਾਸਕਿੰਗ, ਠੀਕ ਹੈ ਮਲਟੀਟਾਸਕਿੰਗ ਹੈ ਸਾਡਾ ਸਿਸਟਮ, ਲੇਕਿਨ ਲੋੜ ਤੋਂ ਜ਼ਿਆਦਾ ਪ੍ਰੋਗਰਾਮ ਨਹੀਂ ਚਲਾਉਣੇ। ਜੋ ਸਾਨੂੰ ਸੌਫਟਵੇਅਰ ਚਾਹੀਦੇ ਆ ਅਸੀਂ ਉਹਨਾਂ ਨੂੰ ਹੀ ਚਲਾਉਣਾ ਹੈ। ਚੋਰੀ ਜਾਂ ਜਾਣਬੁੱਝ ਕੇ ਹੋਣ ਵਾਲੇ ਨੁਕਸਾਨ ਤੋਂ ਸਾਵਧਾਨ ਰਹੋ। ਜਿਵੇਂ ਕਿ ਇਸ ਸ਼ਬਦ ਤੋਂ ਹੀ ਕਲੀਅਰ ਹੋ ਜਾਂਦਾ ਹੈ ਕਿ ਜੇ ਕੋਈ ਬੰਦਾ ਚੋਰੀ ਦੀ ਭਾਵਨਾ ਨਾਲ ਤੁਹਾਡਾ ਸਿਸਟਮ ਚੋਰੀ ਕਰਨ ਆਇਆ, ਜਾਂ ਜਾਣਬੁੱਝ ਕੇ ਕੋਈ ਤੁਹਾਡੇ ਸਿਸਟਮ ਨੂੰ ਖਰਾਬ ਕਰਨ ਆਇਆ, ਉਹਨਾਂ ਚੀਜ਼ਾਂ ਤੋਂ ਬਚਾਅ ਰੱਖਣਾ ਪੈਂਦਾ ਹੈ ਸਾਨੂੰ। ਉਸ ਜਗ੍ਹਾ ਸੁਰੱਖਿਅਤ ਜਗ੍ਹਾ 'ਤੇ ਕੰਪਿਊਟਰ ਰੱਖਿਆ ਹੋਵੇਗਾ ਤਾਂ ਅਸੀਂ ਇਹਨਾਂ ਚੀਜ਼ਾਂ ਤੋਂ ਬਚ ਸਕਦੇ ਹਾਂ। ਮੇਨਟੇਨੈਂਸ ਸ਼ਡਿਊਲ ਨੂੰ ਤਿਆਰ ਕਰਨਾ, ਭਾਵ ਕਿ ਸਾਨੂੰ ਕੁਛ ਟਾਈਮ ਬਾਅਦ ਆਪਣੇ ਸਿਸਟਮ ਨੂੰ
ਐਨਾਲਾਈਜ਼ ਕਰਨਾ ਚਾਹੀਦਾ ਹੈ। ਉਹਨਾਂ ਨੂੰ ਸਾਨੂੰ ਇੱਕ ਟਾਈਮ ਟੇਬਲ ਬਣਾਉਣਾ ਚਾਹੀਦਾ ਹੈ ਕਿ ਮਹੀਨੇ ਵਿੱਚ ਜਾਂ ਹਫ਼ਤੇ ਵਿੱਚ ਅਸੀਂ ਕਿੰਨੀ ਵਾਰ ਆਪਣੇ ਸਿਸਟਮ ਨੂੰ ਸਾਫ਼ ਕਰਨਾ, ਸਫਾਈ ਕਰਨੀ ਆ, ਕੀ ਲੋੜ ਹੈ, ਸਾਨੂੰ ਦਿਖ ਰਿਹਾ ਮਿੱਟੀ ਘੱਟਾ ਪੈ ਰਿਹਾ ਜਾਂ ਕਿੱਦਾਂ। ਇਹ ਜਿਹੜਾ ਇੱਕ ਸ਼ਡਿਊਲ ਤੁਹਾਡਾ ਪ੍ਰੋਪਰ ਬਣਿਆ ਹੋਣਾ ਚਾਹੀਦਾ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਸਾਡੇ ਕੋਲ ਆ ਜਾਂਦੀ ਹੈ ਸਾਫਟਵੇਅਰ ਸੁਰੱਖਿਆ। ਹੁਣ ਸਾਫਟਵੇਅਰ ਸੁਰੱਖਿਆ ਵਿੱਚ ਕੀ ਆ ਜਾਂਦਾ ਹੈ ਕਿ ਹੁਣ ਉਹ ਹਿੱਸਾ ਕੰਪਿਊਟਰ ਦਾ, ਉਹ ਪਾਰਟ ਜਿਹੜਾ ਕਿ ਅਸੀਂ ਛੂਹ ਤਾਂ ਨਹੀਂ ਸਕਦੇ, ਲੇਕਿਨ ਅਸੀਂ ਉਹਨੂੰ ਵਰਤ ਕੇ, ਦੇਖ ਕੇ, ਉਹਨੂੰ ਸਮਝ ਕੇ ਅਸੀਂ ਚਲਾ ਸਕਦੇ ਹਾਂ। ਹੁਣ ਸਭ ਤੋਂ ਪਹਿਲਾਂ ਇਹਦੇ ਵਿੱਚ ਆ ਜਾਂਦਾ ਹੈ ਕਿ ਆਪਣੇ ਕੰਪਿਊਟਰ ਸਿਸਟਮ ਨੂੰ ਪਾਸਵਰਡ ਲਗਾ ਕੇ ਰੱਖੋ। ਸਭ ਤੋਂ ਪਹਿਲੀ ਜਿਹੜੀ ਸਿਕਿਉਰਿਟੀ ਸਾਡੇ ਕੋਲ ਆ ਜਾਂਦੀ ਹੈ ਪਾਸਵਰਡ ਲਗਾਉਣ ਦੀ। ਹੁਣ ਮੰਨ ਲਓ ਤੁਸੀਂ ਕੰਪਿਊਟਰ ਨੂੰ, ਕਮਰੇ ਨੂੰ ਜਿੰਦਾ ਲਾ ਕੇ ਰੱਖ ਦਿੱਤਾ, ਲੇਕਿਨ ਕੰਪਿਊਟਰ ਦੇ ਵਿੱਚ ਪਾਸਵਰਡ ਨਹੀਂ ਲਗਾਇਆ ਸਿਸਟਮ ਦੇ ਵਿੱਚ। ਹੁਣ ਹੋ ਸਕਦਾ ਕੋਈ ਬੰਦਾ ਤੁਹਾਡੇ ਕਮਰੇ 'ਚੋਂ ਚੋਰੀ ਕਰ ਲਵੇ ਜਾਂ ਕਿਸੇ ਲੈਬ 'ਚੋਂ ਚੋਰੀ ਕਰ ਲਵੇ, ਪਰ ਜੇ ਤੁਸੀਂ ਸਿਸਟਮ ਨੂੰ ਪਾਸਵਰਡ ਲਗਾਇਆ ਹੋਊਗਾ, ਉਹ ਫਿਰ ਉਸ ਪਾਸਵਰਡ ਤੋਂ ਭਰੇ ਬਗੈਰ ਉਹ ਸਿਸਟਮ ਦੇ ਵਿੱਚ ਐਂਟਰ ਨਹੀਂ ਕਰ ਸਕਦਾ, ਤੁਹਾਡੇ ਡਾਟਾ ਨੂੰ ਦੇਖ ਨਹੀਂ ਸਕਦਾ। ਸੋ ਭੌਤਿਕ ਸੁਰੱਖਿਆ ਦੇ ਨਾਲ ਨਾਲ ਸਾਨੂੰ ਡਾਟਾ ਦੀ ਸੁਰੱਖਿਆ ਵੀ ਬਹੁਤ ਜ਼ਰੂਰੀ ਹੈ। ਸੋ ਆਪਣੇ ਸਿਸਟਮ 'ਤੇ ਹਮੇਸ਼ਾ ਪਾਸਵਰਡ ਇਨੇਬਲ ਕਰਕੇ ਰੱਖੋ। ਕਿਵੇਂ ਪਾਸਵਰਡ ਅਸੀਂ ਲਗਾਉਂਦੇ ਹਾਂ, ਜਿਵੇਂ ਅਸੀਂ ਮੋਬਾਈਲ ਦੇ ਪਾਸਵਰਡ ਲਗਾ ਲੈਂਦੇ ਹਾਂ, ਇਸੇ ਤਰ੍ਹਾਂ ਸਾਡੇ ਲੈਪਟਾਪ ਕੰਪਿਊਟਰ ਦੇ ਪਾਸਵਰਡ ਵੀ ਲੱਗ ਜਾਂਦੇ ਆ। ਕੰਟਰੋਲ ਪੈਨਲ 'ਚ ਜਾ ਕੇ ਅਸੀਂ ਇਸ ਵਿਸ਼ੇਸ਼ਤਾ ਨੂੰ ਵਰਤ ਸਕਦੇ ਹਾਂ। ਉਸ ਤੋਂ ਬਾਅਦ ਸਾਡੇ ਕੋਲ ਆ ਜਾਂਦਾ ਹੈ ਐਂਟੀਵਾਇਰਸ ਅਤੇ ਫਾਇਰਵਾਲ ਦੀ ਵਰਤੋਂ ਕਰਨੀ। ਹੁਣ ਐਂਟੀਵਾਇਰਸ ਦੇ ਨਾਮ ਤੋਂ ਹੀ ਕਲੀਅਰ ਹੋ ਜਾਂਦਾ ਕਿ ਕੋਈ ਵੀ ਵਾਇਰਸ ਪ੍ਰੋਗਰਾਮ ਆ ਜਾਂਦਾ ਹੈ, ਜੋ ਕਿ ਵਾਇਰਸ ਪ੍ਰੋਗਰਾਮ ਕੀ ਹੁੰਦਾ, ਜੋ ਸਾਡੇ ਸਿਸਟਮ ਨੂੰ ਆ ਕੇ, ਸਾਡੇ ਸਿਸਟਮ ਵਿੱਚ ਆ ਕੇ, ਫਾਈਲਾਂ ਵਿੱਚ ਆ ਕੇ ਸਾਰੀਆਂ ਫਾਈਲਾਂ ਨੂੰ ਖਰਾਬ ਕਰ ਦਿੰਦਾ ਹੈ। ਉਹਨੂੰ ਬਾਹਰ ਕੱਢਣ ਲਈ, ਉਸ ਨੂੰ ਆਪਣੇ ਫਾਈਲਾਂ ਨੂੰ ਉਸ ਤੋਂ ਬਚਾਉਣ ਲਈ ਅਸੀਂ ਐਂਟੀਵਾਇਰਸ ਸੌਫਟਵੇਅਰ ਦੀ ਵਰਤੋਂ ਕਰਦੇ ਹਾਂ। ਦੂਸਰਾ ਫਾਇਰਵਾਲ ਹੁੰਦਾ ਇੱਕ ਤਕਨੀਕ ਹੈ ਜੋ ਸਾਡੇ ਆਪਰੇਟਿੰਗ ਸਿਸਟਮ ਵਿੱਚ ਇਨਬਿਲਟ ਹੈ, ਪਹਿਲਾਂ ਤੋਂ ਹੀ ਹੈ। ਅਸੀਂ ਸਿਰਫ ਇਸ ਆਪਸ਼ਨ ਨੂੰ ਇਨੇਬਲ ਕਰਨਾ ਹੁੰਦਾ, ਔਨ ਕਰਨਾ ਹੁੰਦਾ ਹੈ। ਸੋ ਇਹ ਸਾਡੇ ਇੰਟਰਨੈਟ ਤੋਂ ਆ ਰਹੇ ਡਾਟਾ ਪੈਕਟਸ ਹੈ, ਉਹਨਾਂ ਨੂੰ ਫਿਲਟਰ ਕਰਦਾ ਹੈ। ਜਿਹੜੇ ਡਾਟਾ ਪੈਕਟਸ ਸਾਨੂੰ ਚਾਹੀਦੇ ਆ ਉਹ ਸਾਡੇ ਸਿਸਟਮ 'ਚ ਐਂਟਰ ਹੋ ਜਾਂਦੇ ਆ, ਜੋ ਡਾਟਾ ਪੈਕਟ ਸਾਨੂੰ ਨਹੀਂ ਚਾਹੀਦੇ ਉਹ ਆਟੋਮੈਟਿਕਲੀ ਫਾਇਰਵਾਲ ਉਹਨਾਂ ਨੂੰ ਬਾਹਰ ਰੋਕ ਦਿੰਦੀ, ਕਿਉਂਕਿ ਉਹ ਫਾਇਰਵਾਲ ਨੂੰ ਪਤਾ ਲੱਗ ਜਾਂਦਾ ਕਿ ਇਸ ਡਾਟਾ ਪੈਕਟ ਵਿੱਚ ਕੋਈ ਵੀ ਹਾਰਮਫੁਲ ਡਾਟਾ ਹੋ ਸਕਦਾ ਹੈ। ਸੋ ਵਾਇਰਸ ਸਕੈਨ ਸਮੇਂ ਸਿਰ ਕਰਦੇ ਰਹੋ ਤਾਂ ਜੋ ਤੁਹਾਡੇ ਸਿਸਟਮ 'ਚੋਂ ਵਾਇਰਸ ਫਾਈਲਾਂ ਨੂੰ ਸਮੇਂ ਸਿਰ ਕੱਢਿਆ ਜਾ ਸਕੇ। ਆਪਣੇ ਆਪਰੇਟਿੰਗ ਸਿਸਟਮ ਨੂੰ ਸਮੇਂ ਸਿਰ ਅਪਡੇਟ ਕਰੋ, ਉਹ ਚਾਹੇ ਤੁਸੀਂ ਮੋਬਾਈਲ ਤੋਂ ਕਰਦੇ ਹੋ ਜਾਂ ਤੁਸੀਂ ਆਪਣਾ ਲੈਪਟਾਪ, ਕੰਪਿਊਟਰ, ਡੈਸਕਟਾਪ 'ਤੇ ਕਰਦੇ ਹੋ। ਜਿਵੇਂ ਅਸੀਂ ਅੱਜ ਕੱਲ੍ਹ ਮੋਬਾਈਲ ਬੱਚੇ ਜ਼ਿਆਦਾ ਵਰਤ ਰਹੇ ਆ, ਮੋਬਾਈਲ ਨੂੰ ਅਪਡੇਟ ਕਰਨਾ ਨਹੀਂ ਭੁੱਲਦੇ ਅਸੀਂ, ਲੇਕਿਨ ਸਾਡੇ ਇਸੇ ਤਰ੍ਹਾਂ ਸਾਡੇ ਆਪਰੇਟਿੰਗ ਸਿਸਟਮ 'ਚ ਵੀ ਅਪਡੇਟ ਦੀ ਬਹੁਤ ਲੋੜ ਹੁੰਦੀ ਹੈ। ਸੋ ਜਿਹੜੇ ਸਾਡੇ ਸੌਫਟਵੇਅਰ ਇੰਸਟਾਲ ਕੀਤੇ ਹੋਏ ਉਹਨਾਂ ਨੂੰ ਟਾਈਮ ਟੂ ਟਾਈਮ ਅਪਡੇਟ ਕਰਦੇ ਰਹੋ। ਅਣਜਾਣ ਵਿਅਕਤੀ ਨਾਲ ਆਪਣਾ ਪਾਸਵਰਡ ਸਾਂਝਾ ਨਾ ਕਰੋ। ਜਿਸ ਨੂੰ ਤੁਸੀਂ ਨਹੀਂ ਜਾਣਦੇ ਜਾਂ ਥੋੜ੍ਹਾ ਬਹੁਤਾ ਜਾਣਦੇ ਆ, ਉਹਨਾਂ ਨੂੰ ਆਪਣਾ ਪਾਸਵਰਡ ਨਾ ਦੱਸੋ। ਇਨ ਕੇਸ ਜੇਕਰ ਤੁਹਾਨੂੰ ਕਿਸੇ ਨੂੰ ਪਾਸਵਰਡ ਦੱਸਣਾ ਵੀ ਪੈ ਜਾਂਦਾ ਹੈ ਤਾਂ ਤੁਸੀਂ ਆਪਣੀ ਨਿਗਰਾਨੀ ਦੇ ਹੇਠ ਉਸ ਬੰਦੇ ਨੂੰ ਪਾਸਵਰਡ ਦੱਸ ਕੇ ਨਿਗਰਾਨੀ ਹੇਠ ਉਸ ਕੋਲੋਂ ਕੰਮ ਕਰਨ ਦਿਓ। ਜਿਸ ਟਾਈਮ ਉਹ ਬੰਦਾ ਕੰਮ ਕਰਕੇ ਚਲਾ ਜਾਂਦਾ ਹੈ, ਉਸ ਤੋਂ ਬਾਅਦ ਆਪਣਾ ਪਾਸਵਰਡ ਤੁਸੀਂ ਬਦਲ ਦਿਓ। ਠੀਕ ਹੈ। ਹਮੇਸ਼ਾ ਅਸਲੀ ਸਾਫਟਵੇਅਰ ਦੀ ਵਰਤੋਂ ਕਰੋ, ਓਰੀਜਨਲ ਸਾਫਟਵੇਅਰ ਦੀ ਵਰਤੋਂ, ਭਾਵ ਕਿ ਅਸੀਂ ਪਾਇਰੇਟਡ ਸਾਫਟਵੇਅਰ ਵਰਤੋਂ ਨਹੀਂ ਕਰਨੀ, ਕਿਉਂਕਿ ਪਾਇਰੇਟਡ ਸਾਫਟਵੇਅਰ ਜਿਹੜੇ ਆ ਉਹ ਸਾਡੇ ਸਿਸਟਮ ਨੂੰ ਨੁਕਸਾਨ ਪਹੁੰਚਾ ਸਕਦੇ ਆ, ਉਹ ਥੋੜ੍ਹਾ ਚਿਰ ਹੀ ਚੱਲਦੇ ਆ। ਜੇਕਰ ਤੁਹਾਡੇ ਕੋਲ ਓਰੀਜਨਲ ਸਾਫਟਵੇਅਰ ਹੋਣਗੇ, ਉਹ ਕਾਫੀ ਸਮੇਂ ਤੱਕ ਸਾਡੇ ਨਾਲ ਅਸੀਂ ਉਹਨਾਂ ਦੀ ਵਰਤੋਂ ਕਰ ਸਕਦੇ ਹਾਂ ਅਪਡੇਟ ਕਰਕੇ। ਸੋ ਕਾਫੀ ਸਾਫਟਵੇਅਰ ਹੈ, ਜਿਵੇਂ ਕਿ ਅਸੀਂ ਆਫਿਸ ਦੀ ਗੱਲ ਕਰਦੇ ਹਾਂ, ਜੇਕਰ ਮੰਨ ਲਓ ਮਾਈਕਰੋਸਾਫਟ ਆਫਿਸ ਸਾਨੂੰ ਖਰੀਦਣਾ ਪੈਂਦਾ ਤਾਂ ਉਸਦੇ ਅਲਟਰਨੇਟ ਸਾਡੇ ਕੋਲ ਫ੍ਰੀ ਓਪਨ ਸੋਰਸ ਆਫਿਸ ਵੀ ਹੈ, ਜਿਵੇਂ ਸਾਡੇ ਕੋਲ ਕਿੰਗਸੌਫਟ ਆਫਿਸ ਹੈ, ਸਾਡੇ ਕੋਲ ਆਪਣੇ ਲਿਬਰੇ ਆਫਿਸ ਹੈ। ਇਹ ਓਪਨ ਸਿਸਟਮ ਆਫਿਸ ਹੈ, ਇਹ ਅਸੀਂ ਫ੍ਰੀ ਵਿੱਚ ਯੂਜ਼ ਕਰ ਸਕਦੇ ਹਾਂ। ਠੀਕ ਹੈ ਜੀ। ਓਪਨ ਆਫਿਸ ਹੈ, ਇਹ ਇੱਕ ਫ੍ਰੀ MS ਆਫਿਸ ਦੀ ਤਰ੍ਹਾਂ ਕੰਮ ਕਰਦਾ ਇੱਕ ਆਫਿਸ ਹੈ। ਸੋ ਇਸੇ ਤਰ੍ਹਾਂ ਅਸੀਂ ਹੋਰ ਵੀ ਸਾਫਟਵੇਅਰ ਹੈ ਜਿਹੜੇ ਕਿ ਸਾਨੂੰ ਅਲਟਰਨੇਟ ਸਾਫਟਵੇਅਰ ਮਿਲ ਜਾਂਦੇ ਆ ਕਿ ਅਸੀਂ ਉਹਨਾਂ ਓਰੀਜਨਲ ਸਾਫਟਵੇਅਰ ਦੀ ਹੀ ਵਰਤੋਂ ਕਰਨੀ ਹੈ। ਆਪਣੇ ਡਾਟਾ ਦਾ ਬੈਕਅਪ ਲੈਂਦੇ ਰਹੋ। ਹੁਣ ਬੈਕਅਪ ਤੋਂ ਭਾਵ ਕੀ ਹੁੰਦਾ ਹੈ? ਬੈਕਅਪ ਤੋਂ ਭਾਵ ਕਿ ਆਪਣੇ ਡਾਟਾ ਦੀ ਜੋ ਕਾਪੀ ਹੈ ਉਹ ਬਣਾ ਕੇ ਰੱਖਣੀ। ਉਹ ਚਾਹੇ ਤੁਸੀਂ ਕਿਸੇ ਹੋਰ ਪੋਰਟੇਬਲ ਹਾਰਡ ਡਿਸਕ ਵਿੱਚ ਰੱਖ ਲਓ, ਚਾਹੇ ਤੁਸੀਂ ਪੈਨ ਡਰਾਈਵ 'ਚ ਰੱਖ ਲਓ, ਚਾਹੇ ਤੁਸੀਂ CD DVD ਬਣਾ ਕੇ ਰੱਖ ਲਓ। ਮਤਲਬ ਕਿ ਟਾਈਮ ਟੂ ਟਾਈਮ ਆਪਣੇ ਡਾਟਾ ਦਾ ਬੈਕਅਪ ਲੈਂਦੇ ਰਹੋ, ਆਪਣੇ ਡਾਟਾ ਦੀ ਇੱਕ ਕਾਪੀ ਬਣਾ ਕੇ ਰੱਖਦੇ ਰਹੋ, ਤਾਂ ਜੋ ਅਗਰ ਕੋਈ ਵੀ ਪ੍ਰੋਬਲਮ ਹੋ ਜਾਂਦੀ ਹੈ ਤਾਂ ਤੁਹਾਡਾ ਡਾਟਾ ਨੁਕਸਾਨ ਹੋ ਜਾਂਦਾ ਹੈ, ਗਵਾਚ ਜਾਂਦਾ ਹੈ, ਤਾਂ ਤੁਸੀਂ ਉਹ ਡਾਟਾ ਨੂੰ ਵਾਪਸ ਆਪਣੇ ਸਿਸਟਮ ਵਿੱਚ ਲਿਆ ਸਕੋ। ਬੇਲੋੜੀਆਂ ਫਾਈਲਾਂ ਨੂੰ ਆਪਣੀ ਹਾਰਡ ਡਿਸਕ ਤੋਂ ਹਟਾਓ। ਜੋ ਫਾਈਲਾਂ ਸਾਨੂੰ ਨਹੀਂ ਚਾਹੀਦੀਆਂ ਜਾਂ ਜੋ ਪਿਕਚਰ ਸਾਨੂੰ ਨਹੀਂ ਚਾਹੀਦੀਆਂ, ਉਹਨਾਂ ਨੂੰ ਅਸੀਂ ਡਿਲੀਟ ਕਰ ਸਕਦੇ ਹਾਂ, ਤਾਂ ਕਿ ਸਾਡੇ ਸਿਸਟਮ ਵਿੱਚ ਸਪੇਸ ਬਣੀ ਰਹੇ, ਸਾਡੀ ਮੈਮਰੀ ਜਿਹੜੀ ਆ ਉਹ
ਜਗ੍ਹਾ ਬਣੀ ਰਹੇ ਫਾਈਲਾਂ ਰੱਖਣ ਦੀ। ਇਸੇ ਤਰ੍ਹਾਂ ਹੀ ਸਾਡੇ ਕੋਲ ਆ ਜਾਂਦੀ ਹੈ ਇੰਟਰਨੈਟ ਸੁਰੱਖਿਆ। ਹੁਣ ਇਹ ਸਭ ਤੋਂ ਵੱਧ ਯੂਜ਼ ਹੋਣ ਵਾਲੀ ਇੱਕ ਵਿਸ਼ੇਸ਼ਤਾ ਹੈ ਕੰਪਿਊਟਰ ਦੀ, ਇੰਟਰਨੈਟ। ਅਸੀਂ ਆਮ ਇੰਟਰਨੈਟ ਦੀ ਵਰਤੋਂ ਕਰਦੇ ਹਾਂ। ਇੰਟਰਨੈਟ ਵਿੱਚ ਅਸੀਂ ਸਾਡਾ ਜੋ ਕਹਿ ਰਹੀਏ ਕਿ ਸਾਡੀ ਜ਼ਿੰਦਗੀ ਹੀ ਇੰਟਰਨੈਟ ਨਾਲ ਚੱਲ ਰਹੀ ਹੈ। ਹੁਣ ਸੋਸ਼ਲ ਮੀਡੀਆ ਯੂਜ਼ ਕਰਦੇ ਹਾਂ ਅਸੀਂ, ਈਮੇਲ ਯੂਜ਼ ਕਰਦੇ ਹਾਂ ਅਸੀਂ, ਠੀਕ ਹੈ ਨਾ। ਸੋ ਇਹਨਾਂ ਸਾਰੀਆਂ ਚੀਜ਼ਾਂ ਵਿੱਚ ਵੀ ਸਿਕਿਉਰਿਟੀ ਦੀ ਬਹੁਤ ਜ਼ਰੂਰਤ ਹੈ। ਇਸ ਵਿੱਚ ਜੇਕਰ ਅਸੀਂ ਈਮੇਲ ਦੀ ਗੱਲ ਕਰੀਏ ਤਾਂ ਇੱਕ ਸਾਡੇ ਕੋਲ ਹੁੰਦਾ ਹੈ ਸਪੈਮ ਮੇਲ ਜਾਂ ਜੰਕ ਮੇਲ। ਸਪੈਮ ਮੇਲ ਜਾਂ ਜੰਕ ਮੇਲ ਕੀ ਹੁੰਦੀਆਂ ਹੈ? ਇਹ ਉਹ ਈਮੇਲ ਹੁੰਦੀਆਂ ਹੈ ਜੋ ਕਿ ਲੋੜੀਂਦੀਆਂ ਨਹੀਂ ਹੁੰਦੀਆਂ। ਇਹ ਆਪਣੇ ਆਪ ਹੀ ਸਾਡੇ ਕੋਲ ਜਿਵੇਂ ਆਫਰਸ ਆਉਂਦੀਆਂ ਰਹਿੰਦੀਆਂ ਹੈ, ਐਡਵਰਟਾਈਜ਼ਮੈਂਟ ਮੇਲ ਆਉਂਦੀਆਂ ਰਹਿੰਦੀਆਂ ਹੈ। ਕਈ ਵਾਰੀ ਇਹਨਾਂ ਮੇਲ ਨੂੰ ਅਸੀਂ ਓਪਨ ਕਰਦੇ ਹਾਂ ਤਾਂ ਸਾਡੇ ਕੋਲ ਵਾਇਰਸ ਪ੍ਰੋਗਰਾਮ ਆ ਜਾਂਦੇ ਹੈ। ਸੋ ਈਮੇਲ ਵਿੱਚ ਹਰ ਈਮੇਲ ਪੋਰਟਲ ਕੋਲ ਆਪਣਾ ਇੱਕ ਸਕੈਨ ਸਿਸਟਮ ਹੈ। ਉਹ ਆਲਰੇਡੀ ਉਹਨਾਂ ਚੀਜ਼ਾਂ ਨੂੰ ਪਛਾਣ ਲੈਂਦੇ ਆ ਕਿ ਇਹ ਈਮੇਲ ਜਿਹੜੀਆਂ ਸਪੈਮ ਭਾਵ ਕਿ ਜਿਨ੍ਹਾਂ ਤੋਂ ਸਾਨੂੰ ਖਤਰਾ ਹੋ ਸਕਦਾ ਹੈ। ਸੋ ਉਹਨਾਂ ਈਮੇਲ ਨੂੰ ਨਾ ਖੋਲ੍ਹੋ। ਐਂਟੀ ਸਪਾਈਵੇਅਰ ਅਤੇ ਐਂਟੀ ਮਾਲਵੇਅਰ ਦੀ ਵਰਤੋਂ ਕਰੋ। ਇਹ ਸਪਾਈਵੇਅਰ ਅਤੇ ਮਾਲਵੇਅਰ ਵੀ ਇੱਕ ਇੰਟਰਨੈਟ ਤੋਂ ਆਉਣ ਵਾਲੇ ਇੱਕ ਤਰ੍ਹਾਂ ਦੇ ਵਾਇਰਸ ਪ੍ਰੋਗਰਾਮ ਹੁੰਦੇ ਹੈ ਜੋ ਸਾਡੇ ਡਾਟਾ ਨੂੰ ਖਰਾਬ ਕਰਦੇ ਆ। ਹੁਣ ਸਪਾਈਵੇਅਰ ਦਾ ਕੀ ਕੰਮ ਹੈ? ਜਿਵੇਂ ਕਿ ਸਪਾਈ ਨਾਮ ਲਿਆ ਇਹ ਜਾਸੂਸ ਤੋਂ। ਸਪਾਈਵੇਅਰ ਕੀ ਕਰਦਾ ਹੈ ਕਿ ਸਾਡੇ ਸਿਸਟਮ ਵਿੱਚ ਆ ਕੇ ਸਾਡੇ ਡਾਟਾ ਨੂੰ ਸਾਨੂੰ ਬਿਨਾਂ ਦੱਸੇ ਸਾਡੇ ਡਾਟਾ ਦੀ ਕਾਪੀ ਕਰਕੇ ਉੱਥੇ ਭੇਜਦਾ ਰਹਿੰਦਾ ਹੈ ਜਿਸ ਇਨਸਾਨ ਨੇ ਸਪਾਈਵੇਅਰ ਦੀ ਵਰਤੋਂ ਕੀਤੀ ਹੁੰਦੀ ਹੈ ਡਾਟਾ ਚੋਰੀ ਕਰਨ ਲਈ। ਇਹ ਬਿਨਾਂ ਸਾਨੂੰ ਦੱਸੇ ਇੱਕ ਜਾਸੂਸ ਦੀ ਤਰ੍ਹਾਂ ਸਾਡੇ ਡਾਟਾ ਦੀ ਕਾਪੀ ਕਿਸੇ ਹੋਰ ਥਾਂ 'ਤੇ ਭੇਜਦਾ ਰਹਿੰਦਾ ਹੈ। ਮਾਲਵੇਅਰ ਵੀ ਇਸੇ ਤਰ੍ਹਾਂ ਹੀ ਕੰਮ ਕਰਦਾ, ਉਹ ਸਾਡੇ ਡਾਟਾ ਨੂੰ ਖਰਾਬ ਵੀ ਕਰ ਦਿੰਦਾ ਹੈ। ਸੋ ਐਂਟੀ ਸਪਾਈਵੇਅਰ, ਐਂਟੀ ਮਾਲਵੇਅਰ ਇਹ ਅੱਜ ਕੱਲ੍ਹ ਸਾਰੇ ਇੱਕ ਹੀ ਸੋਫਟਵੇਅਰ ਐਂਟੀਵਾਇਰਸ ਵਿੱਚ ਵੀ ਮਿਲ ਜਾਂਦੇ ਆ। ਇਹ ਵੱਖਰੇ ਵੱਖਰੇ ਵੀ ਹੁੰਦੇ ਆ ਔਰ ਇੱਕ ਹੀ ਸੋਫਟਵੇਅਰ ਵਿੱਚ ਵੀ ਮਿਲ ਜਾਂਦੇ ਆ। ਸੋ ਐਂਟੀਵਾਇਰਸ ਵਿੱਚ ਅੱਜ ਕੱਲ੍ਹ ਇਹ ਸਾਰੀਆਂ ਵਿਸ਼ੇਸ਼ਤਾਵਾਂ ਆ ਰਹੀਆਂ। ਈਮੇਲ ਪਾਸਵਰਡ ਕਿਸੇ ਨਾਲ ਸਾਂਝਾ ਨਾ ਕਰੋ। ਆਪਣਾ ਈਮੇਲ ਦਾ ਪਾਸਵਰਡ ਹੈ ਜਿਹੜਾ ਉਹ ਕਿਸੇ ਨੂੰ ਨਾ ਦੱਸੋ ਤਾਂ ਕਿ ਕੋਈ ਤੁਹਾਡੀ ਈਮੇਲਸ ਵਿੱਚ ਜਾ ਕੇ ਤੁਹਾਡੇ ਈਮੇਲ ਦੀ ਦੁਰਵਰਤੋਂ ਨਾ ਕਰ ਸਕੇ, ਕੋਈ ਗਲਤ ਮੈਸੇਜ ਕਿਸੇ ਨੂੰ ਨਾ ਕਰ ਸਕੇ। ਇਸ ਕਰਕੇ ਤੁਸੀਂ ਈਮੇਲ ਪਾਸਵਰਡ ਕਿਸੇ ਨੂੰ ਵੀ ਸਾਂਝਾ ਨਹੀਂ ਕਰਨਾ। ਵਰਤੋਂ ਉਪਰੰਤ ਆਪਣੇ ਈਮੇਲ ਅਕਾਊਂਟ ਨੂੰ ਲਾਗ ਆਊਟ ਕਰੋ। ਹੁਣ ਜਿਵੇਂ ਅਸੀਂ ਫੇਸਬੁੱਕ 'ਤੇ ਅਸੀਂ ਉਦਾਹਰਨ ਲੈਂਦੇ ਹਾਂ ਕਿ ਫੇਸਬੁੱਕ ਦੀ ਜਿਵੇਂ ਬੱਚੇ ਅੱਜ ਕੱਲ੍ਹ ਬਹੁਤ ਟਰੈਂਡ ਹੈ ਇਹਨਾਂ ਨੂੰ, ਜਾਂ ਕੋਈ ਹੋਰ ਇਹੋ ਜਿਹੇ ਸੋਸ਼ਲ ਮੀਡੀਆ ਪੁਆਇੰਟ ਹੈ, ਇੰਸਟਾਗ੍ਰਾਮ ਹੈ। ਹੁਣ ਸਾਨੂੰ ਪਤਾ ਕਿ ਅਸੀਂ ਇਹਨਾਂ 'ਚ ਲੌਗਇਨ ਕਰਾਂਗੇ ਤਾਂ ਅਸੀਂ ਸਾਰੇ ਐਕਟੀਵਿਟੀ ਕਰ ਸਕਦੇ ਹਾਂ। ਲੌਗਇਨ ਕਰਨ ਤੋਂ ਬਾਅਦ ਅਸੀਂ ਇਹਨਾਂ 'ਚ ਲੌਗ ਆਊਟ ਕਰ ਦੇਣਾ। ਲੌਗ ਆਊਟ ਕੇ ਭਾਵ ਅਕਾਊਂਟ ਨੂੰ ਬੰਦ ਕਰਕੇ ਬਾਹਰ ਆ ਜਾਣਾ। ਇਸੇ ਤਰ੍ਹਾਂ ਈਮੇਲ ਨੂੰ ਜਦੋਂ ਤੁਸੀਂ ਈਮੇਲ ਦੀ ਵਰਤੋਂ ਕਰ ਲਈ, ਈਮੇਲ ਦੀ ਵਰਤੋਂ ਕਰਨ ਤੋਂ ਬਾਅਦ ਆਪਣੇ ਅਕਾਊਂਟ ਤੋਂ ਲੌਗ ਆਊਟ ਕਰਕੇ ਬਾਹਰ ਆ ਜਾਓ। ਜੇਕਰ ਦੁਬਾਰਾ ਜ਼ਰੂਰਤ ਪੈਂਦੀ ਹੈ ਤਾਂ ਈਮੇਲ ਲੌਗਇਨ ਆਈਡੀ ਔਰ ਪਾਸਵਰਡ ਭਰ ਕੇ ਤੁਸੀਂ ਲੌਗਇਨ ਕਰਕੇ ਸਾਰਾ ਕੰਮ ਕਰ ਸਕਦੇ ਹੋ। ਅਣਜਾਣ ਈਮੇਲਾਂ ਦਾ ਜਵਾਬ ਨਾ ਦਿਓ। ਜੋ ਈਮੇਲਸ ਅਸੀਂ ਨਹੀਂ ਜਾਣਦੇ ਕਿ ਕਿੱਥੋਂ ਆਈਆਂ ਹੈ, ਸਾਨੂੰ ਪਤਾ ਹੀ ਨਹੀਂ ਕਿ ਉਹ ਕਿਹਨਾਂ ਨੇ ਭੇਜੀਆਂ ਹੈ, ਸੈਂਡਰ ਕੌਣ ਹੈ। ਜੇਕਰ ਕੋਈ ਸਾਡਾ ਜਾਣਕਾਰ ਭੇਜ ਰਿਹਾ ਫਿਰ ਤਾਂ ਅਸੀਂ ਈਮੇਲ ਖੋਲਾਂਗੇ। ਜੇਕਰ ਕੋਈ ਸਾਡਾ ਜਾਣਕਾਰ ਸਾਨੂੰ ਈਮੇਲ ਨਹੀਂ ਭੇਜ ਰਿਹਾ ਫਿਰ ਅਸੀਂ ਉਹਨਾਂ ਈਮੇਲ ਨੂੰ ਨਹੀਂ ਖੋਲਾਂਗੇ। ਫਿਸ਼ਿੰਗ ਮੇਲ ਤੋਂ ਬਚੋ। ਫਿਸ਼ਿੰਗ ਮੇਲ ਇੱਕ ਇਹੋ ਜਿਹਾ ਤਰੀਕਾ ਹੈ ਇੰਟਰਨੈਟ 'ਤੇ ਕਿ ਅਸੀਂ ਉਹ ਕੀ ਕਰਦੇ ਆ, ਫਿਸ਼ਿੰਗ ਮੇਲ ਜਿਹੜੀ ਵਰਤੋਂ ਕਰਦੇ ਆ ਉਹ ਕੀ ਕਰਦੇ ਆ, ਤੁਹਾਡੇ ਈਮੇਲ ਪੋਰਟਲ ਦੀ ਸੇਮ ਟੂ ਸੇਮ ਕਾਪੀ ਬਣਾ ਲੈਂਦੇ ਆ। ਉਹ ਵੈਬਸਾਈਟ ਬਣਾ ਲੈਂਦੇ ਆ। ਜੇ ਮੰਨ ਲਓ ਅਸੀਂ google.com ਉਹਦੀ ਕੋਈ ਬਿਲਕੁਲ ਸੇਮ ਟੂ ਸੇਮ ਦਿਖਦੀ ਕਾਪੀ ਬਣਾ ਲੈਂਦੇ ਆ। ਉਹ ਕੀ ਹੈ ਫਿਰ, ਜਿਵੇਂ ਤੁਸੀਂ ਤਾਂ ਇਹੀ ਸਮਝੋਗੇ ਕਿ ਅਸੀਂ ਗੂਗਲ ਈਮੇਲ 'ਤੇ ਲੌਗਇਨ ਕਰ ਰਹੇ ਹਾਂ, ਲੇਕਿਨ ਉਹ ਉਸ ਪੋਰਟਲ ਦੀ ਕਾਪੀ ਬਣਾ ਲੈਂਦੇ ਆ। ਉਹ ਸਾਰਾ ਤੁਹਾਡਾ ਡਾਟਾ ਉੱਥੋਂ ਲੈ ਲੈਂਦੇ ਆ। ਫਿਰ ਇਸ ਯੂਜ਼ਰ ਨੇਮ ਪਾਸਵਰਡ ਜੇਕਰ ਕਿਸੇ ਨੂੰ ਮਿਲ ਗਿਆ ਤਾਂ ਸਮਝੋ ਕਿ ਤੁਹਾਡਾ ਜਿਹੜਾ ਹੈ ਈਮੇਲ ਹੈਕ ਹੋ ਗਈ। ਸੋ ਇਹ ਫਿਸ਼ਿੰਗ ਮੇਲ ਹੁੰਦੀਆਂ ਹੈ ਜੋ ਕਿ ਕਾਪੀ ਬਣਾ ਕੇ ਈਮੇਲ ਪੋਰਟਲ ਦੀਆਂ ਉੱਥੋਂ ਸਾਡਾ ਡਾਟਾ ਚੋਰੀ ਕਰਦੇ ਆ। ਉਸ ਤੋਂ ਬਾਅਦ ਆ ਜਾਂਦਾ ਹੈ ਕਿ ਸੁਰੱਖਿਅਤ ਵੈਬਸਾਈਟਾਂ ਨੂੰ ਹੀ ਖੋਲ੍ਹੋ ਅਤੇ ਡਾਊਨਲੋਡਿੰਗ ਕਰੋ। ਜਿਵੇਂ ਅਸੀਂ ਅੱਜ ਕੱਲ੍ਹ ਸਾਨੂੰ ਹੁੰਦਾ ਹੈ ਕਿ ਅਸੀਂ ਨਵੇਂ ਗਾਣੇ ਡਾਊਨਲੋਡ ਕਰਦੇ ਹਾਂ, ਵੀਡੀਓ ਡਾਊਨਲੋਡ ਕਰਦੇ ਹਾਂ, ਗੇਮਸ ਡਾਊਨਲੋਡ ਕਰਦੇ ਹਾਂ ਜਾਂ ਹੋਰ ਸੋਫਟਵੇਅਰ ਡਾਊਨਲੋਡ ਕਰਦੇ ਹਾਂ, ਅਤੇ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਹੜੀ ਵੈਬਸਾਈਟ ਸੁਰੱਖਿਅਤ ਹੈ ਜਾਂ ਨਹੀਂ। ਇੱਕ ਬਹੁਤ ਹੀ ਛੋਟਾ ਜਿਹਾ ਸਿੰਪਲ ਜਿਹਾ ਤਰੀਕਾ ਹੈ ਇਹ ਦੇਖਣ ਲਈ ਕਿ ਵੈਬਸਾਈਟ ਸੁਰੱਖਿਅਤ ਹੈ ਕਿ ਨਹੀਂ। ਜਦੋਂ ਵੀ ਤੁਸੀਂ ਵੈਬਸਾਈਟ ਖੋਲ੍ਹਦੇ ਹੋ ਤਾਂ ਉਸ ਵੈਬਸਾਈਟ ਦੇ ਵੈਬ ਐਡਰੈਸ ਦੇ ਵਿੱਚ ਜਿੱਥੇ ਸਾਡਾ ਲਿਖਿਆ ਹੁੰਦਾ ਹੈ ਕਿ www.google.com, ਉਹ www ਤੋਂ ਪਹਿਲਾਂ HTTP ਲਿਖਿਆ ਹੁੰਦਾ ਹੈ। ਜੇਕਰ ਉਹ HTTP ਦੇ ਨਾਲ S ਲਿਖਿਆ ਹੈ, HTTPS, ਫਿਰ www.google.com, ਇਟ ਮੀਨਸ ਕਿ ਉਹ ਵੈਬਸਾਈਟ ਸਾਡੀ ਸੁਰੱਖਿਅਤ ਹੈ। ਉਸ ਦੇ ਖੱਬੇ ਪਾਸੇ ਨਾਲ ਹੀ ਇੱਕ
ਲੌਕ ਦਾ ਆਪਸ਼ਨ ਹੁੰਦਾ, ਤਾਲੇ ਦਾ ਆਪਸ਼ਨ ਹੁੰਦਾ ਹੈ। ਜਿਹੜੀਆਂ ਸੁਰੱਖਿਅਤ ਵੈਬਸਾਈਟਸ ਹੁੰਦੀਆਂ ਉਸ ਵਿੱਚ ਉਹ ਤਾਲਾ ਬੰਦ ਕੀਤਾ ਹੋਇਆ ਹਰੇ ਰੰਗ ਵਿੱਚ ਦਿਖਾਈ ਦਿੰਦਾ ਹੈ ਔਰ HTTPS ਲਿਖਿਆ ਦਿਖਾਈ ਦਿੰਦਾ ਹੈ। ਜੋ ਵੈਬਸਾਈਟ ਸੁਰੱਖਿਅਤ ਨਹੀਂ ਹੁੰਦੀਆਂ ਉਹਨਾਂ ਵਿੱਚ ਉਹ HTTP ਇਕੱਲਾ ਲਿਖਿਆ ਹੁੰਦਾ ਔਰ ਤਾਲਾ ਰੈੱਡ ਕਲਰ ਵਿੱਚ ਓਪਨ ਹੁੰਦਾ ਹੈ। ਇਹ ਇੱਕ ਸੌਖੀ ਜਿਹੀ ਪਛਾਣ ਆ ਕਿਸੇ ਵੀ ਵੈਬਸਾਈਟ ਨੂੰ ਦੇਖਣ ਲਈ ਕਿ ਕੀ ਇਹ ਸੁਰੱਖਿਅਤ ਹੈ ਜਾਂ ਨਹੀਂ। ਸੋ ਇਹਨਾਂ ਚੀਜ਼ਾਂ ਦਾ ਧਿਆਨ ਰੱਖਦੇ ਹੋਏ ਤੁਸੀਂ ਆਪਣੇ ਡਾਟਾ ਦੀ ਡਾਊਨਲੋਡਿੰਗ ਕਰ ਸਕਦੇ ਹੋ, ਡਾਟਾ ਵੈਬਸਾਈਟ ਖੋਲ੍ਹ ਸਕਦੇ ਹੋ। ਉਸ ਤੋਂ ਬਾਅਦ ਸਾਡੇ ਕੋਲ ਆ ਜਾਂਦਾ ਹੈ ਔਨਲਾਈਨ ਪ੍ਰੀਡੇਟਰ ਤੋਂ ਬਚੋ। ਔਨਲਾਈਨ ਪ੍ਰੀਡੇਟਰ ਕੀ ਹੁੰਦੇ ਹੈ? ਇਹ ਜ਼ਿਆਦਾਤਰ ਸੋਸ਼ਲ ਮੀਡੀਆ ਅਕਾਊਂਟਸ 'ਤੇ ਕੰਮ ਕਰਦੇ ਆ। ਇਹ ਕੀ ਕਰਦੇ ਆ, ਤੁਹਾਡੇ ਨਾਲ ਜਾਣ ਪਛਾਣ ਬਣਾਉਣੀ ਸ਼ੁਰੂ ਕਰ ਦਿੰਦੇ ਆ। ਕੋਈ ਅਣਜਾਣ ਵਿਅਕਤੀ ਤੁਹਾਡੇ ਨਾਲ ਹੌਲੀ ਹੌਲੀ ਜਾਣ ਪਛਾਣ ਬਣਾਉਣੀ ਸ਼ੁਰੂ ਕਰ ਦਿੰਦਾ ਹੈ। ਉਹ ਥੋੜ੍ਹਾ ਚਿਰ ਤੁਹਾਡੇ ਨਾਲ ਚੈਟਿੰਗ ਕਰੇਗਾ, ਮੈਸੇਜ ਕਰੇਗਾ, ਗੱਲਬਾਤ ਕਰੇਗਾ, ਫਿਰ ਹੌਲੀ ਹੌਲੀ ਉਹ ਤੁਹਾਨੂੰ ਆਪਣੇ ਝਾਂਸੇ ਵਿੱਚ ਲਿਆ ਕੇ ਤੁਹਾਡੇ ਕੋਲੋਂ ਜਾਂ ਤਾਂ ਪੈਸੇ ਦੀ ਮੰਗ ਕਰੇਗਾ, ਜਾਂ ਕਿਸੇ ਚੀਜ਼ ਦੀ ਮੰਗ ਕਰੇਗਾ, ਜਾਂ ਤੁਹਾਡੇ ਡਾਟਾ ਦੀ ਮੰਗ ਕਰੇਗਾ। ਤੁਸੀਂ ਗਲਤੀ ਨਾਲ ਵੀ ਕੋਈ ਵੀ ਚੀਜ਼ ਉਹਨਾਂ ਨੂੰ ਦੱਸ ਦਿੱਤੀ, ਉਹ ਤੁਹਾਡਾ ਨੁਕਸਾਨ ਕਰ ਸਕਦਾ ਹੈ। ਸੋ ਇਹੋ ਜਿਹੇ ਲੋਕਾਂ ਤੋਂ ਵੀ ਸਾਵਧਾਨ ਰਹਿਣਾ ਚਾਹੀਦਾ ਹੈ ਤਾਂ ਜੋ ਤੁਹਾਡਾ ਜੋ ਨੁਕਸਾਨ ਨਾ ਹੋ ਸਕੇ। ਸੋ ਪਿਆਰੇ ਬੱਚਿਓ, ਇਹ ਕੁਛ ਸਾਡੇ ਕੋਲ ਮੁੱਢਲੀਆਂ ਗੱਲਾਂ ਸੀ ਜਿਨ੍ਹਾਂ ਨੂੰ ਅਸੀਂ ਸਮਝ ਕੇ ਵਰਤ ਕੇ ਆਪਣੇ ਡਾਟਾ ਨੂੰ ਸੁਰੱਖਿਅਤ ਕਰ ਸਕਦੇ ਹਾਂ, ਆਪਣੇ ਕੰਪਿਊਟਰ ਨੂੰ ਸੁਰੱਖਿਅਤ ਕਰ ਸਕਦੇ ਹਾਂ। ਅਸੀਂ ਆਪਣੇ ਕੰਪਿਊਟਰਸ ਨੂੰ ਕਿਵੇਂ ਸੰਭਾਲ ਸਕਦੇ ਹਾਂ, ਉਹਦੀ ਸੁਰੱਖਿਆ ਕਿਵੇਂ ਕਰ ਸਕਦੇ ਹਾਂ, ਇਹ ਸਾਰਾ ਕੁਛ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਮੈਂ ਉਮੀਦ ਕਰਦਾ ਕਿ ਤੁਹਾਨੂੰ ਸਾਰਿਆਂ ਨੂੰ ਇਹ ਪ੍ਰੈਜੈਂਟੇਸ਼ਨ ਵਧੀਆ ਲੱਗੀ ਹੋਏਗੀ ਔਰ ਤੁਸੀਂ ਇਸ ਤੋਂ ਕਾਫੀ ਕੁਛ ਸਿੱਖਿਆ ਹੋਵੇਗਾ। ਸੋ ਬਹੁਤ ਹੀ ਧੰਨਵਾਦ।